Good morning, my all dear students. Hopefully, you all are fit and healthy. Myself, Kulbir, lecturer, political science, government senior secondary smart school, the Mall Amritsar. I welcome you all, students. Today, we are going to discuss a new topic for plus one political science students, and our today's topic is Union and States relations. ਸੰਘ ਅਤੇ ਰਾਜਾਂ ਦੇ ਆਪਸੀ ਸਬੰਧ ਇਹ +1 ਦੇ ਪੋਲੀਟੀਕਲ ਸਾਇੰਸ ਦੇ ਸਟੂਡੈਂਟਸ ਲਈ ਟੌਪਿਕ ਹੈ। ਸੋ ਸਟੂਡੈਂਟਸ ਅੱਜ ਅਸੀਂ ਇੱਥੇ ਡਿਸਕਸ ਕਰਾਂਗੇ ਕਿ ਜਿਨ੍ਹਾਂ ਵੀ ਦੇਸ਼ਾਂ ਦੇ ਵਿੱਚ ਫੈਡਰਲ ਢਾਂਚਾ ਕੰਮ ਕਰਦਾ ਹੈ, ਦੋਹਰਾ ਸ਼ਾਸਨ ਪ੍ਰਬੰਧ ਹੁੰਦਾ ਹੈ, ਤਾਂ ਉੱਥੇ ਕੇਂਦਰ ਤੇ ਰਾਜਾਂ ਦੇ ਆਪਸੀ ਸਬੰਧ ਜਿਹੜੇ ਹਨ ਉਹ ਕਿਸ ਤਰ੍ਹਾਂ ਦੇ ਹੁੰਦੇ ਹਨ। ਸੋ ਇਹ ਟੌਪਿਕ ਬਹੁਤ ਹੀ ਇੰਪੋਰਟੈਂਟ ਹੈ ਔਰ ਹਰ ਸਟੂਡੈਂਟ ਨੂੰ ਇਸ ਦਾ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ। ਸੋ ਲੈਟਸ ਗੋ ਫਾਰ ਦਾ ਟੌਪਿਕ। ਇੰਟਰੋਡਕਸ਼ਨ, ਭੂਮਿਕਾ। ਭਾਰਤ ਦੇ ਵਿੱਚ ਸੰਘਾਤਮਕ ਪ੍ਰਣਾਲੀ ਦਾ ਸ਼ਾਸਨ ਪ੍ਰਬੰਧ ਹੈ ਔਰ ਸਟੂਡੈਂਟਸ ਇਸ ਦੇ ਸੰਘਾਤਮਕ ਪ੍ਰਣਾਲੀ 'ਚ ਕੀ ਹੁੰਦਾ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਉਸ ਦੀ ਆਪਣੀ ਸਰਕਾਰ ਹੁੰਦੀ ਹੈ, ਮੀਨਸ ਕਿ ਸਾਰੇ ਦੇਸ਼ ਲਈ ਇੱਕ ਸਰਕਾਰ ਕੰਮ ਕਰਦੀ ਹੈ। ਜਿਸ ਤਰ੍ਹਾਂ ਕਿ ਸਾਡੇ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਔਰ ਇਹ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹਨ। ਐਂਡ ਸਾਡੀਆਂ 28 ਸਟੇਟਸ ਹਨ ਇੰਡੀਆ ਦੀਆਂ ਔਰ ਹਰ ਸਟੇਟ ਦੀ ਆਪਣੀ ਆਪਣੀ ਗਵਰਨਮੈਂਟ ਹੈ। ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ, ਇਸੇ ਤਰ੍ਹਾਂ ਹੀ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਕਰ ਰਹੀ ਹੈ। ਇਸ ਤਰ੍ਹਾਂ ਹਰ ਸਟੇਟ ਦੀ ਆਪਣੀ ਆਪਣੀ ਗਵਰਨਮੈਂਟ ਵੀ ਹੈ ਔਰ ਇੱਕ ਸੈਂਟਰ ਦੀ ਗਵਰਨਮੈਂਟ ਹੈ ਜਿਹੜੀ ਕਿ ਸਾਰੇ ਦੇਸ਼ ਲਈ ਕੰਮ ਕਰਦੀ ਹੈ। ਸੋ ਇਸ ਤਰ੍ਹਾਂ ਦੋਹਰਾ ਸ਼ਾਸਨ ਪ੍ਰਬੰਧ ਹੈ ਇੰਡੀਆ ਦੇ ਵਿੱਚ, ਮੀਨਸ ਕਿ ਫੈਡਰਲ ਸਿਸਟਮ ਇੰਡੀਆ ਨੇ ਅਡਾਪਟ ਕੀਤਾ ਹੈ। ਸੋ ਭਾਰਤ ਵਿੱਚ ਸੰਘਾਤਮਕ ਪ੍ਰਣਾਲੀ ਦੀ ਸਰਕਾਰ ਕੰਮ ਕਰਦੀ ਹੈ। ਇਸ ਲਈ ਸੰਘ ਤੇ ਰਾਜਾਂ ਦੇ ਆਪਸੀ ਸਬੰਧਾਂ ਦਾ ਪ੍ਰਸ਼ਨ ਵੀ ਪੈਦਾ ਹੁੰਦਾ ਹੈ ਕਿ ਸੰਘੀ ਸਰਕਾਰ ਵਿੱਚ ਤੇ ਰਾਜਾਂ ਵਿੱਚ ਸ਼ਕਤੀਆਂ ਦੀ ਜਿਹੜੀ ਵੰਡ ਹੈ ਉਹ ਕੀਤੀ ਜਾਂਦੀ ਹੈ, ਦੋਹਰਾ ਸ਼ਾਸਨ ਪ੍ਰਬੰਧ ਹੁੰਦਾ ਹੈ ਤੇ ਇਸ ਲਈ ਰਾਜਾਂ ਦਾ ਤੇ ਸੰਘ ਦਾ ਆਪਸ ਵਿੱਚ ਤਾਲਮੇਲ ਹੋਣਾ ਜਿਹੜਾ ਹੈ ਸਟੂਡੈਂਟਸ ਉਹ ਬਹੁਤ ਜ਼ਰੂਰੀ ਹੈ। ਸੋ ਇਸ ਦੇ ਬਾਰੇ ਹੀ ਅੱਜ ਅਸੀਂ ਰਿਲੇਸ਼ਨ ਦੇ ਬਾਰੇ ਹੀ ਗੱਲ ਕਰਨੀ ਹੈ ਕਿ ਕੇਂਦਰ ਤੇ ਰਾਜਾਂ ਦੇ ਆਪਸੀ ਸਬੰਧ ਜਿਹੜੇ ਹਨ ਉਹ ਕਿਸ ਤਰ੍ਹਾਂ ਦੇ ਹੁੰਦੇ ਹਨ। So India has a federal form of government, so there is a question of relationship between the center and the states. In federal form of government, there is a division of powers between center and state, and both government run administration with cooperation and harmony. So students, in federal system, there is a division of powers between the center and the states, but both the governments, central government and the states government, run the administration with proper cooperation and harmony। और स्टूडेंट्स मैं दसना भी चाहती हाँ कि देखो ये पंजाबी च भी स्लाइड लिखी हुई है और इंग्लिश भी लिखी हुई है। सो इंग्लिश वाले बच्चे जिहड़े हैं उन्होंने इंग्लिश च कॉपी कर सकते हैं तो पंजाबी वाले पंजाबी च कॉपी कर सकते हैं। एंड आई एम आल्सो डूइंग माई बेस्ट टू एक्सप्लेन इन इंग्लिश टू। नैक्सट वधदे हाँ स्टूडेंट्स, यूनीयन एंड स्टेट रिलेशनस इन इंडिया। ਭਾਰਤ ਵਿੱਚ ਸੰਘ ਤੇ ਰਾਜਾਂ ਦੇ ਆਪਸੀ ਸਬੰਧ ਕਿਹੋ ਜਿਹੇ ਹਨ, ਸਾਡਾ ਅੱਜ ਦਾ ਮੇਨ ਫੋਕਸ ਹੈ। ਸੋ ਸੰਘ ਤੇ ਰਾਜਾਂ ਦੇ ਆਪਸੀ ਸਬੰਧਾਂ ਨੂੰ ਨਿਰਧਾਰਿਤ ਕਰਨ ਵਾਲਾ ਕੋਈ ਵੀ ਫਾਰਮੂਲਾ ਨਹੀਂ ਹੈ। ਭਾਰਤੀ ਸੰਵਿਧਾਨ ਨੇ ਸੰਘਾਤਮਕ ਪ੍ਰਣਾਲੀ ਦੀ ਵਿਵਸਥਾ ਕੀਤੀ ਹੈ। ਸੰਘਾਤਮਕ ਪ੍ਰਣਾਲੀ ਵਿੱਚ ਦੋਹਰਾ ਸ਼ਾਸਨ ਪ੍ਰਬੰਧ ਹੁੰਦਾ ਹੈ, ਇੱਕ ਕੇਂਦਰ ਦੀ ਸਰਕਾਰ ਤੇ ਰਾਜਾਂ ਦੀਆਂ ਆਪਣੀਆਂ ਆਪਣੀਆਂ ਸਰਕਾਰਾਂ। ਸੋ ਸੰਵਿਧਾਨ ਦੇ 11ਵੇਂ ਤੇ 12ਵੇਂ ਭਾਗ ਵਿੱਚ ਧਾਰਾ 245 ਐਂਡ 291 ਵਿੱਚ ਸੰਘ ਅਤੇ ਰਾਜਾਂ ਦੇ ਆਪਸੀ ਸਬੰਧਾਂ ਦਾ ਵਰਣਨ ਕੀਤਾ ਹੈ। ਤੁਹਾਨੂੰ ਸਟੂਡੈਂਟਸ ਕੁਐਸਚਨ ਆਉਂਦਾ ਹੈ ਕਿ ਸੰਘ ਤੇ ਰਾਜਾਂ ਦੇ ਆਪਸੀ ਸਬੰਧਾਂ ਦਾ ਸੰਵਿਧਾਨ ਦੀ ਕਿਹੜੀ ਧਾਰਾ 'ਚ ਵਰਣਨ ਕੀਤਾ ਹੈ, ਐਂਡ ਦਾ ਆਨਸਰ ਇਜ਼ ਦਿਸ ਧਾਰਾ 245 ਐਂਡ 291। ਸੋ ਦੇਅਰ has no fixed formula to determine the relationship between the center and the state. India has adopted a federal system, and in part 11 and 12 and in article 245 and 291 of the constitution deals with the relationship of union and state government. So which article deals with the relationship? 245 and 291, and in chapter 11 and 12 deals with the relationship of state and center government. Hopefully students you all understand well. Next vadde haan। So kinds of relations, किस तरह ਦੇ relation ਹਨ, ਕਿੰਨੇ ਤਰ੍ਹਾਂ ਦੇ relations ਹਨ। ਸੋ ਤਿੰਨ ਤਰ੍ਹਾਂ ਦੇ relation ਹਨ kinds of relationship ਦੇ ਵਿੱਚ। ਫਸਟ ਹੈ legislative relations, ਕਾਨੂੰਨ ਬਣਾਉਣਾ ਜਿਹੜਾ ਹੈ ਉਸ ਦੇ ਨਾਲ concerned relations। then administrative relations, ਪ੍ਰਸ਼ਾਸਨਿਕ ਸੰਬੰਧ।
ਐਂਡ ਦੈਨ ਵਿੱਤੀ ਸਬੰਧ, ਫਾਈਨੈਂਸ਼ੀਅਲ ਸਬੰਧ, ਇਹ ਤਿੰਨੋਂ ਹੀ ਸਬੰਧ ਜਿਹੜੇ ਹਨ ਸੈਂਟਰ ਤੇ ਸਟੇਟਸ ਦੇ ਵਿੱਚ ਕਿਸ ਤਰ੍ਹਾਂ ਦੇ ਹਨ, ਇਹਨਾਂ ਨੂੰ ਅਸੀਂ ਵਨ ਬਾਏ ਵਨ ਡਿਸਕਸ ਕਰਾਂਗੇ। ਸੋ ਨੈਕਸਟ ਵਧਦੇ ਹਾਂ ਸਟੂਡੈਂਟਸ। ਫਸਟ ਨੰਬਰ ਇਜ਼ ਲੈਜਿਸਲੇਟਿਵ ਰਿਲੇਸ਼ਨਸ, ਵਿਧਾਨਕੀ ਸਬੰਧ। ਇਹ ਸਾਡੇ PM ਸ੍ਰੀ ਨਰਿੰਦਰ ਮੋਦੀ ਜੀ ਹਨ ਐਂਡ ਸਾਡੇ ਪ੍ਰੈਜ਼ੈਂਟ CM ਸ੍ਰੀ ਚਰਨਜੀਤ ਸਿੰਘ ਜੀ ਚੰਨੀ ਹਨ। ਸੋ ਸੰਵਿਧਾਨ ਦੇ ਵਿੱਚ ਵਿਧਾਨਕ ਸੰਬੰਧਾਂ ਦੇ ਆਦੇਸ਼ ਨੂੰ ਮੁੱਖ ਰੱਖ ਕੇ 7ਵੀਂ ਅਨੁਸੂਚੀ ਵਿੱਚ ਵਿਸ਼ਿਆਂ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਮੀਨਸ ਕਿ ਸੈਂਟਰ ਤੇ ਸਟੇਟ ਦੇ ਰਿਲੇਸ਼ਨਸ ਨੂੰ ਲੈ ਕੇ 3 ਸੂਚੀਆਂ ਜਿਹੜੀਆਂ ਹਨ ਉਹ ਬਣਾਈਆਂ ਗਈਆਂ ਹਨ। ਸੋ ਇਨ ਸਕੇਡਿਊਲ 7 ਆਫ ਦਾ ਕਨਸਟੀਟਿਊਸ਼ਨ ਦਾ ਸਬਜੈਕਟਸ ਆਰ ਡਿਵਾਈਡਡ with the purpose of legislation into following 3 lists and these 3 lists are ਕੇਂਦਰੀ ਸੂਚੀ ਦੇ ਵਿੱਚ 97 ਵਿਸ਼ੇ ਹਨ। ਮੀਨਸ ਕਿ ਸੈਂਟਰ ਗਵਰਨਮੈਂਟ ਜਿਹੜੀ ਆ 97 ਸਬਜੈਕਟਸ ਦੇ ਉੱਤੇ ਕਾਨੂੰਨ ਬਣਾ ਸਕਦੀ ਹੈ। ਯੂਨੀਅਨ ਲਿਸਟ ਹੈਜ਼ 97 ਸਬਜੈਕਟਸ ਐਂਡ ਸੈਂਟਰ ਕੈਨ ਮੇਕ ਲਾਜ਼ ਔਨ 97 ਸਬਜੈਕਟਸ। ਦੈਨ ਸੈਕੰਡ ਇਜ਼ ਰਾਜ ਸੂਚੀ। ਰਾਜ ਸੂਚੀ ਵਿੱਚ 61 ਵਿਸ਼ੇ ਹਨ। ਪਹਿਲਾਂ ਇਨੀਸ਼ੀਅਲੀ ਇੱਥੇ 66 ਸੀ ਬਟ ਐਟ ਪ੍ਰੈਜ਼ੈਂਟ 61 ਵਿਸ਼ੇ ਹਨ and states can make laws on 61 subjects. And third is Samvarti Suchi, that is also called concurrent list and it has 47 subjects. So concurrent list Samvarti Suchi ਦੇ ਵਿੱਚ ਕੇਂਦਰ and ਰਾਜ ਦੋਨੋਂ ਹੀ ਕਾਨੂੰਨ ਬਣਾ ਸਕਦੇ ਹਨ। So question arises here, ਅਗਰ ਤੁਹਾਨੂੰ ਆਉਂਦਾ ਹੈ ਕਿ ਲੈਜਿਸਲੇਸ਼ਨ ਵਿਧਾਨਕੀ ਸਬੰਧਾਂ ਦੇ ਹਿਸਾਬ ਦੇ ਨਾਲ ਕਿੰਨੀਆਂ ਸੂਚੀਆਂ ਹਨ and you will answer 3 ਔਰ ਇਹਨਾਂ ਦੇ ਵਿੱਚ ਕੇਂਦਰ ਜਿਹੜਾ ਹੈ ਉਹ 97 ਵਿਸ਼ਿਆਂ ਤੇ ਕਾਨੂੰਨ ਬਣਾ ਸਕਦਾ ਹੈ, ਰਾਜ ਸੂਚੀ ਵਿੱਚ 61 ਹਨ ਤੇ ਸਮਵਰਤੀ ਸੂਚੀ ਵਿੱਚ 47 ਹਨ। ਸੋ ਹੋਪਫੁਲੀ ਸਟੂਡੈਂਟਸ ਯੂ ਆਲ ਅੰਡਰਸਟੈਂਡ ਵੈਲ। ਨਾਓ ਨੈਕਸਟ, ਸੁਪਰਮੇਸੀ ਆਫ ਸੈਂਟਰ ਇਨ ਲੈਜਿਸਲੇਟਿਵ ਰਿਲੇਸ਼ਨਸ। ਵਿਧਾਨਕੀ ਸਬੰਧਾਂ ਵਿੱਚ ਕੇਂਦਰ ਦੀ ਸਰਵਉੱਚਤਾ। ਇਹਦੇ ਵਿੱਚ ਅਸੀਂ ਡਿਸਕਸ ਕਰਨਾ ਹੈ ਕਿ ਕੇਂਦਰ ਤੇ ਰਾਜ ਦੇ ਵਿੱਚ ਵਿਧਾਨਕੀ ਕੰਮਾਂ ਨੂੰ ਲੈ ਕੇ ਕਿਹੋ ਜਿਹੇ ਸਬੰਧ ਹਨ। ਸੋ ਫਸਟ ਹੈ ਕਿ ਰਾਜ ਸਭਾ ਦੇ ਪ੍ਰਸਤਾਵ ਦੇ ਆਧਾਰ ਤੇ ਧਾਰਾ 249 ਅਨੁਸਾਰ ਰਾਜ ਸਭਾ ਦੇ ਮੈਂਬਰਾਂ ਦੇ 2/3 ਬਹੁਮਤ ਦੇ ਨਾਲ ਕਿਸੇ ਵੀ ਵਿਸ਼ੇ ਨੂੰ ਰਾਸ਼ਟਰੀ ਮਹੱਤਤਾ ਦਾ ਵਿਸ਼ਾ ਘੋਸ਼ਿਤ ਕੀਤਾ ਜਾ ਸਕਦਾ ਹੈ। ਇਟ ਮੀਨਸ ਕਿ ਸੈਂਟਰ ਇਜ਼ ਮੋਰ ਪਾਵਰਫੁਲ। ਕੇਂਦਰ ਜਿਹੜਾ ਹੈ ਉਹ ਜ਼ਿਆਦਾ ਸ਼ਕਤੀਸ਼ਾਲੀ ਹੈ ਕਿਉਂਕਿ ਰਾਜ ਸਭਾ ਪ੍ਰੈਜ਼ੈਂਟ ਮੈਂਬਰ ਨੇ ਜਿਹੜੇ ਉਹਦੇ 2/3 ਬਹੁਮਤ ਦੇ ਨਾਲ ਰਾਜ ਸੂਚੀ ਵਿੱਚ ਸ਼ਾਮਲ ਕਿਸੇ ਵੀ ਵਿਸ਼ੇ ਨੂੰ ਰਾਸ਼ਟਰੀ ਮਹੱਤਤਾ ਵਾਲਾ ਘੋਸ਼ਿਤ ਕਰ ਸਕਦੀ ਹੈ। ਸੋ ਰਾਜ ਸਭਾ ਕੈਨ ਡਿਕਲੇਅਰ ਐਨੀ ਸਬਜੈਕਟ ਆਫ ਨੈਸ਼ਨਲ ਇੰਪੋਰਟੈਂਸ ਵਿਦ 2/3 majority of its present members. So it also tells that there is a supremacy of the union parliament. Second is ਅੰਤਰਰਾਸ਼ਟਰੀ ਸੰਧੀਆਂ ਨੂੰ ਲਾਗੂ ਕਰਨ ਲਈ ਧਾਰਾ 253 ਸੰਘੀ ਸਰਕਾਰ ਰਾਜ ਸੂਚੀ ਵਿੱਚ ਸ਼ਾਮਲ ਵਿਸ਼ੇ ਤੇ ਕਾਨੂੰਨ ਬਣਾ ਸਕਦੀ ਹੈ। ਸੋ ਇਹਦੇ ਵਿੱਚ ਕੀ ਹੈ ਕਿ ਧਾਰਾ 253 ਦੇ ਅਨੁਸਾਰ ਜਿਹੜੀ ਸੰਘੀ ਸਰਕਾਰ ਹੈ, ਯੂਨੀਅਨ ਪਾਰਲੀਮੈਂਟ ਹੈ, ਜਿਹੜੀ ਸਾਡੀ ਸੰਸਦ ਹੈ, ਉਹ ਅੰਤਰਰਾਸ਼ਟਰੀ ਸੰਧੀਆਂ ਤੇ ਸਮਝੌਤਿਆਂ ਨੂੰ ਲਾਗੂ ਕਰਨ ਲਈ ਰਾਜ ਸੂਚੀ ਦੇ ਵਿੱਚੋਂ ਕਾਨੂੰਨ ਬਣਾ ਸਕਦੀ ਹੈ ਇਸ ਧਾਰਾ ਦੇ ਅਨੁਸਾਰ। ਸੋ ਅਕੋਰਡਿੰਗ ਟੂ ਆਰਟੀਕਲ 253 the parliament can legislate on state subjects for the purpose to enforce international treaties and agreements. So if the union parliament wants that there is a need of international treaties or agreement, then according to the article 253 the union parliament can make law on the state list subjects. Hopefully students you all understand well ਕਿ ਕੇਂਦਰ ਦੇ ਕੋਲ ਸੁਪਰੀਮ ਪਾਵਰਸ ਹਨ, ਸਟੇਟਸ ਨਾਲੋਂ ਜ਼ਿਆਦਾ ਪਾਵਰਸ ਕੇਂਦਰ ਕੋਲ ਹਨ। ਨੈਕਸਟ ਵਧਦੇ ਹਾਂ। ਨਾਓ ਧਾਰਾ 304 ਅਨੁਸਾਰ ਰਾਜ ਸੂਚੀ ਵਿੱਚ ਕੁਝ ਅਜਿਹੇ ਵਿਸ਼ੇ ਹਨ ਜਿਨ੍ਹਾਂ ਨੂੰ ਵਿਧਾਨ ਮੰਡਲ ਵਿੱਚ ਪੇਸ਼ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਦੀ ਪ੍ਰਵਾਨਗੀ ਲੈਣੀ ਪੈਂਦੀ ਹੈ। ਔਰ ਇਹ ਕਿਹੜੇ-ਕਿਹੜੇ ਵਿਸ਼ੇ ਹਨ? ਅੰਤਰਰਾਜੀ ਵਪਾਰ ਦੇ ਨਾਲ ਸੰਬੰਧਿਤ ਜਾਂ ਅੰਤਰਰਾਜੀ ਆਵਾਜਾਈ ਦੇ ਨਾਲ ਸੰਬੰਧਿਤ ਜਿਹੜੇ ਬਿੱਲ ਹਨ। ਸੋ ਕੀ ਹੁੰਦਾ ਹੈ ਕਿ ਵਿਧਾਨ ਸਭਾ ਦੇ ਵਿੱਚ ਕੋਈ ਇਹਨਾਂ ਦੇ ਨਾਲ ਕੰਸਰਨਡ ਬਿੱਲ ਪਾਸ ਕਰਾਉਣਾ ਹੈ ਤਾਂ ਉਸ ਤੋਂ ਪਹਿਲਾਂ ਕੇਂਦਰ ਤੋਂ ਰਾਸ਼ਟਰਪਤੀ ਦੀ ਪ੍ਰਵਾਨਗੀ ਲੈਣੀ ਪਏਗੀ। So Article 304 provides that certain bills need prior approval of the President before presented in the state legislature. So hopefully students you all understand that there is a supremacy of the Union Parliament. So ਇਹ powers ਕਿੱਥੋਂ ਮਿਲ ਰਹੀਆਂ ਹਨ?
these are written in constitution. These articles also tells us that our constitution gives more power to the center. Now students, ਧਾਰਾ 352 ਅਧੀਨ ਯੁੱਧ ਬਾਹਰੀ ਹਮਲੇ ਕਾਰਨ ਘੋਸ਼ਿਤ ਕੀਤੇ ਗਏ ਸੰਕਟ ਕਾਲ ਦੌਰਾਨ ਸੰਘੀ ਸਰਕਾਰ ਕਿਸੇ ਵੀ ਰਾਜ ਸੂਚੀ ਵਿੱਚ ਵਿਸ਼ੇ ਦੇ ਉੱਤੇ ਕਾਨੂੰਨ ਬਣਾ ਸਕਦੀ ਹੈ। ਸੋ ਸਟੂਡੈਂਟਸ, ਧਾਰਾ 352 ਦੇ ਅਨੁਸਾਰ ਅਗਰ ਕੋਈ ਯੁੱਧ ਦਾ ਖਤਰਾ ਆ, ਕੋਈ ਬਾਹਰੀ ਹਮਲੇ ਦਾ ਖਤਰਾ ਹੈ, ਤਾਂ ਉਸ ਟਾਈਮ ਦੇ ਉੱਪਰ ਸੰਕਟ ਕਾਲ ਜਿਹੜਾ ਹੈ ਉਹਨੂੰ ਘੋਸ਼ਿਤ ਕਰਕੇ ਰਾਜ ਸੂਚੀ ਵਿੱਚ ਕਿਸੇ ਵੀ ਵਿਸ਼ੇ ਤੇ ਜਿਹੜੀ ਸਾਡੀ ਸੰਘੀ ਸੰਸਦ ਹੈ ਉਹ ਕਾਨੂੰਨ ਬਣਾ ਸਕਦੀ ਹੈ। So the Union Parliament can make laws on state list during national emergency declared under Article 352 due to war or external aggression. So if there is a fear of war or external aggression, then according to Article 352, the Union Parliament can make law on any subject of the state list. So students, hopefully you all understand well. Next ਕਰਦੇ ਹਾਂ ਧਾਰਾ 356 ਅਨੁਸਾਰ ਰਾਜ ਦੀ ਸੰਵਿਧਾਨਕ ਮਸ਼ੀਨਰੀ ਫੇਲ ਹੋ ਜਾਣ ਨਾਲ ਰਾਸ਼ਟਰਪਤੀ ਰਾਜ ਵਿੱਚ ਸੰਕਟ ਕਾਲ ਦਾ ਐਲਾਨ ਕਰ ਸਕਦਾ ਹੈ। ਰਾਸ਼ਟਰਪਤੀ ਜਿਹੜਾ ਹੈ ਰਾਜ ਵਿੱਚ ਸੰਕਟ ਕਾਲ ਦਾ ਐਲਾਨ ਕਰ ਸਕਦਾ ਹੈ ਤੇ ਸੰਘੀ ਸੰਸਦ ਰਾਜ ਸੂਚੀ ਵਿੱਚ ਕਿਸੇ ਵੀ ਵਿਸ਼ੇ ਤੇ ਕਾਨੂੰਨ ਬਣਾ ਸਕਦੀ ਹੈ। ਸਪੋਜ਼ ਕਿਸੇ ਰਾਜ ਦੀ ਗਵਰਨਮੈਂਟ ਫੇਲ ਹੋ ਗਈ ਹੈ, ਜਿਸ ਤਰ੍ਹਾਂ ਪੰਜਾਬ ਹੈ, ਇਹਦੇ ਵਿੱਚ ਕਾਂਗਰਸ ਦੀ ਸਰਕਾਰ ਫੇਲ ਹੋ ਗਈ ਹੈ, ਤਾਂ ਜਿਹੜਾ ਰਾਸ਼ਟਰਪਤੀ ਆ ਇੱਥੇ ਰਾਸ਼ਟਰਪਤੀ ਰਾਜ ਜਿਹੜਾ ਹੈ ਉਹ ਲਗਾ ਸਕਦਾ ਹੈ। ਜਦੋਂ ਵੀ ਕਿਸੇ ਰਾਜ ਦੇ ਵਿੱਚ ਰਾਸ਼ਟਰਪਤੀ ਰਾਜ ਲੱਗ ਜਾਂਦਾ ਹੈ ਤਾਂ ਜਿਹੜੀਆਂ ਸਾਰੀਆਂ ਸ਼ਕਤੀਆਂ ਹਨ ਰਾਜ ਦੀਆਂ ਉਹ ਕੇਂਦਰ ਦੇ ਕੋਲ ਚਲੇ ਜਾਂਦੀਆਂ ਹਨ। ਸੋ ਆਰਟੀਕਲ 356 ਜਿਹੜਾ ਹੈ ਉਹ ਕਨਸਟੀਟਿਊਸ਼ਨ ਦਾ ਆਰਟੀਕਲ 356 ਜਿਹੜਾ ਹੈ ਇਹ ਪਾਵਰਸ ਸੰਸਦ ਨੂੰ, ਯੂਨੀਅਨ ਪਾਰਲੀਮੈਂਟ ਨੂੰ ਦਿੰਦਾ ਹੈ। So what happens according to Article 356 article empowers the Parliament to make laws on the state subjects when there is a proclamation of the constitutional emergency in one or more states. So if there is a failure of constitutional machinery in any states or more than one or two states, then there will be a declaration of a president rule in that states, and then all the powers of the states go to the union parliament. So ਇਸ ਤਰ੍ਹਾਂ ਇਹ ਵੀ ਆਰਟੀਕਲ 356 ਜਿਹੜਾ ਹੈ ਉਹ ਵੀ ਇਹਨੂੰ ਜਿਹੜੀ ਸੰਸਦ ਹੈ ਉਸ ਨੂੰ ਬਹੁਤ ਜ਼ਿਆਦਾ ਪਾਵਰਫੁਲ ਬਣਾਉਂਦਾ ਹੈ। ਨਾਓ ਧਾਰਾ 254 ਅਨੁਸਾਰ ਜੇਕਰ ਸਮਵਰਤੀ ਸੂਚੀ ਵਿੱਚ ਦਿੱਤੇ ਕਿਸੇ ਵੀ ਵਿਸ਼ੇ ਤੇ ਰਾਜ ਅਤੇ ਸੰਘੀ ਸੰਸਦ ਦੋਵਾਂ ਵਿੱਚ ਕਾਨੂੰਨ ਪਾਸ ਕੀਤਾ ਜਾਂਦਾ ਹੈ ਅਤੇ ਉਸ ਕਾਨੂੰਨ ਨੂੰ ਲੈ ਕੇ ਕੋਈ ਵਿਵਾਦ ਹੈ ਤਾਂ ਸੰਘੀ ਸੰਸਦ ਦਾ ਕਾਨੂੰਨ ਲਾਗੂ ਹੋਏਗਾ। ਸੋ ਸਟੂਡੈਂਟਸ, ਅਸੀਂ 3 ਲਿਸਟ ਜਿਹੜੀਆਂ ਉਹ ਡਿਸਕਸ ਕੀਤੀਆਂ ਸੀ, ਯੂਨੀਅਨ ਲਿਸਟ, ਸਟੇਟ ਲਿਸਟ ਐਂਡ ਕੌਨਕਰੈਂਟ ਲਿਸਟ। ਸੋ ਜਦੋਂ ਕੌਨਕਰੈਂਟ ਲਿਸਟ ਦੇ ਵਿੱਚ ਅਗਰ ਰਾਜ ਵਿੱਚ ਤੇ ਕੇਂਦਰ ਦੇ ਵਿੱਚ ਕੋਈ ਕਾਨੂੰਨ ਦੋਵਾਂ ਨੇ ਪਾਸ ਕੀਤਾ ਹੈ ਤਾਂ ਉਸ ਕਾਨੂੰਨ ਨੂੰ ਲੈ ਕੇ ਜਿਹੜੀ ਕੋਈ ਉਹਨਾਂ 'ਚ ਵਿਵਾਦ ਹੈ ਤਾਂ ਜਿਹੜਾ ਸੰਸਦ ਨੇ ਪਾਸ ਕੀਤਾ ਹੈ ਕਾਨੂੰਨ ਉਹ ਲਾਗੂ ਹੋਏਗਾ। ਸੋ ਅਗੇਨ ਦੇਅਰ ਇਜ਼ ਏ ਸੁਪਰਮੇਸੀ ਆਫ ਦਾ ਯੂਨੀਅਨ ਪਾਰਲੀਮੈਂਟ। ਸੋ ਆਰਟੀਕਲ 254 provides that in case of conflict between the law passed by the union parliament and state legislature in the concurrent list, then the law passed by the union parliament will be considered valid. So hopefully you all understand well that if there is a conflict of law passed by union parliament or the state government, then the law passed by the parliament will be considered valid. So again it declares, article 254 declares the supremacy of the union parliament. Hopefully you all understand well. Next is ਧਾਰਾ 248 ਅਨੁਸਾਰ ਅਜਿਹੀਆਂ ਸ਼ਕਤੀਆਂ ਜਿਹੜੀਆਂ ਤਿੰਨਾਂ ਲਿਸਟਾਂ ਵਿੱਚ ਨਹੀਂ ਹੈ, ਕਿਸੇ ਵੀ ਸੂਚੀ ਵਿੱਚ ਸ਼ਾਮਲ ਨਹੀਂ ਹੈ, ਤਿੰਨਾਂ ਵਿੱਚੋਂ ਨਾ ਉਹ ਕੌਨਕਰੈਂਟ ਵਿੱਚ ਹੈ, ਨਾ ਉਹ ਸਟੇਟ ਲਿਸਟ ਵਿੱਚ ਹੈ, ਨਾ ਉਹ ਯੂਨੀਅਨ ਲਿਸਟ ਵਿੱਚ ਹੈ, ਮੀਨਸ ਕਿ ਬਚੀਆਂ ਖੁਚੀਆਂ ਜਿੰਨੀਆਂ ਵੀ ਸ਼ਕਤੀਆਂ ਹਨ ਉਹ ਸਾਰੀਆਂ ਹੀ ਸੰਘ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਹਨ, ਮੀਨਸ ਕਿ ਯੂਨੀਅਨ ਪਾਰਲੀਮੈਂਟ ਕੋਲ ਜਾਂਦੀਆਂ ਹਨ, ਕੇਂਦਰੀ ਸੰਸਦ ਦੇ ਕੋਲ ਜਾਂਦੀਆਂ ਹਨ। ਸੋ ਆਰਟੀਕਲ 248 lays down that all residuary powers or the powers which are not included in any list in the 3 list lies within the legislative jurisdiction of the union parliament. So
Residuary powers also goes to the Union Parliament. Now, Article ਧਾਰਾ 2 ਅਤੇ 3 ਅਨੁਸਾਰ, very important students, I need your focus here. ਧਾਰਾ 2 ਤੇ 3 ਅਨੁਸਾਰ ਸੰਘੀ ਸਰਕਾਰ ਕਿਸੇ ਵੀ ਰਾਜ ਦੇ ਖੇਤਰ ਨੂੰ ਵਧਾ ਸਕਦੀ ਹੈ, ਘਟਾ ਸਕਦੀ ਹੈ, ਹੱਦਾਂ ਤੇ ਨਾਮ ਬਦਲ ਸਕਦੀ ਹੈ। ਜਿਸ ਤਰ੍ਹਾਂ ਕਿ 2019 ਦੇ ਵਿੱਚ ਜੰਮੂ ਤੇ ਕਸ਼ਮੀਰ ਦਾ ਰਾਜ ਦਾ ਦਰਜਾ ਖਤਮ ਕਰਕੇ ਉਸ ਨੂੰ 2 ਸੰਘੀ ਖੇਤਰਾਂ ਵਿੱਚ ਬਦਲ ਦਿੱਤਾ। ਸੋ ਕੋਈ ਵੀ ਰਾਜ ਹੈ ਤਾਂ ਜਿਹੜੀ ਸੰਘੀ ਸੰਸਦ ਹੈ ਕਿਸੇ ਵੀ ਰਾਜ ਦੀ ਸੀਮਾ ਨੂੰ ਬਦਲ ਸਕਦੀ ਹੈ, ਖੇਤਰ ਨੂੰ ਚੇਂਜ ਕਰ ਸਕਦੀ ਹੈ, ਉਸ ਦਾ ਨਾਮ ਬਦਲ ਸਕਦੀ ਹੈ, ਹੱਦਾਂ ਚੇਂਜ ਕਰ ਸਕਦੀ ਹੈ ਐਂਡ ਈਵਨ ਰਾਜ ਦਾ ਦਰਜਾ ਵੀ ਖਤਮ ਕਰ ਸਕਦੀ। ਜਿਸ ਤਰ੍ਹਾਂ ਕਿ ਜੰਮੂ ਤੇ ਕਸ਼ਮੀਰ ਦਾ 2019 ਦੇ ਵਿੱਚ ਉਸ ਦਾ ਰਾਜ ਦਾ ਦਰਜਾ ਖਤਮ ਕਰਕੇ ਉਹਨੂੰ 2 ਸੰਘੀ ਖੇਤਰਾਂ ਵਿੱਚ ਬਦਲ ਦਿੱਤਾ ਗਿਆ। ਸੋ ਇਹ ਜਿਹੜਾ ਧਾਰਾ 2 ਅਤੇ 3 ਹੈ ਇਸ ਦੇ ਨਾਲ ਵੀ ਸੰਘੀ ਸੰਸਦ ਨੂੰ ਬਹੁਤ ਪਾਵਰਫੁਲ ਬਣਾਇਆ ਗਿਆ, ਮੀਨਸ ਕਿ ਕੇਂਦਰ ਜਿਹੜਾ ਹੈ ਉਸ ਨੂੰ ਬਹੁਤ ਸਟਰੋਂਗ ਕੀਤਾ ਗਿਆ ਹੈ। ਨਾਓ ਆਰਟੀਕਲ 2 and 3 empowers the Union Parliament to create a new state or to alter the boundaries of the state, to change the name of the state, or even Union Parliament can also abolish the status of the state. And like in 2019 the state of Jammu Kashmir was abolished, its state status was abolished and it is changed into 2 union territories. So this article also gives more powers to the Union Parliament. So hopefully students you all understand well that Union Parliament or the center is stronger than the states. So ਇਹ ਅਸੀਂ ਡਿਸਕਸ ਕੀਤੇ ਸੀ ਕਿ ਸਾਡੇ ਸੈਂਟਰ ਤੇ ਸਟੇਟਸ ਦੇ ਜਿਹੜੇ ਲੈਜਿਸਲੇਟਿਵ ਰਿਲੇਸ਼ਨਸ ਹਨ ਉਹ ਕਿਸ ਤਰ੍ਹਾਂ ਦੇ ਹਨ। ਸੋ ਆਪਾਂ ਕੀ ਡਿਸਕਸ ਕੀਤਾ ਕਿ ਸਾਰੇ ਹੀ ਲੈਜਿਸਲੇਟਿਵ ਰਿਲੇਸ਼ਨਸ ਦੇ ਵਿੱਚ ਜਿਹੜਾ ਕੇਂਦਰ ਹੈ ਉਹ ਜ਼ਿਆਦਾ ਸਟਰੋਂਗ ਹੈ। ਜਿਸ ਤਰ੍ਹਾਂ ਕਿ ਆਰਟੀਕਲ 356 ਹੈ, ਜੇ ਕਿਸੇ ਸਟੇਟ ਦੇ ਵਿੱਚ ਕਨਸਟੀਟਿਊਸ਼ਨਲ ਮਸ਼ੀਨਰੀ ਫੇਲ ਹੋ ਗਈ ਹੈ, ਮੀਨ ਸਰਕਾਰ ਫੇਲ ਹੋ ਗਈ ਹੈ, ਤਾਂ ਉੱਥੇ ਰਾਸ਼ਟਰਪਤੀ ਰਾਜ ਜਿਹੜਾ ਲਾਗੂ ਹੋਏਗਾ ਤਾਂ ਸਾਰੀਆਂ ਹੀ ਸ਼ਕਤੀਆਂ ਕੇਂਦਰ ਕੋਲ ਚਲੇ ਜਾਣਗੀਆਂ। ਸੋ ਇਸੇ ਤਰ੍ਹਾਂ ਹੀ ਅਸੀਂ ਡਿਸਕਸ ਕੀਤਾ ਕਿ ਈਵਨ Union Parliament can alter the boundaries of the state, can abolish the status of the state and even can change the name of the state. Similarly, during emergency, according to Article 352, if there is a declaration of emergency due to external aggression or war, then all the powers go to the center. So students, ਸਾਨੂੰ ਇੱਥੇ ਕੁਐਸਚਨ ਆਂਦਾ ਹੈ ਕਿ ਸੰਘ ਅਤੇ ਰਾਜਾਂ ਦੇ ਵਿਧਾਨਕੀ ਸਬੰਧਾਂ ਬਾਰੇ ਲਿਖੋ। ਤੁਹਾਨੂੰ 4 ਜਾਂ 6 ਮਾਰਕਸ ਦਾ ਕੁਐਸਚਨ ਆਂਦਾ ਹੈ ਔਰ ਜੋ ਅਸੀਂ ਹੁਣੇ ਡਿਸਕਸ ਕੀਤਾ ਹੈ ਤੁਸੀਂ ਇਸ ਨੂੰ ਲਿਖ ਸਕਦੇ ਹੋ। ਨੈਕਸਟ ਵਧਦੇ ਹਾਂ। ਨਾਓ ਸੈਕੰਡ ਇਜ਼ ਯੂਨੀਅਨ ਸਟੇਟ ਐਡਮਿਨਿਸਟ੍ਰੇਟਿਵ ਰਿਲੇਸ਼ਨ। ਸੋ ਪਹਿਲਾਂ ਅਸੀਂ ਕਿਹੜੇ ਸੰਬੰਧ ਕੀਤੇ ਨੇ? ਲੈਜਿਸਲੇਟਿਵ ਰਿਲੇਸ਼ਨਸ, ਵਿਧਾਨਕੀ ਸੰਬੰਧ ਰਾਜ ਅਤੇ ਕੇਂਦਰ ਦੇ ਵਿੱਚ। ਹੁਣ ਸਾਡਾ ਸੈਕੰਡ ਨੰਬਰ ਹੈ ਯੂਨੀਅਨ ਸਟੇਟ ਐਡਮਿਨਿਸਟ੍ਰੇਟਿਵ ਰਿਲੇਸ਼ਨ, ਸੰਘੀ ਅਤੇ ਰਾਜਾਂ ਦੇ ਪ੍ਰਸ਼ਾਸਨਿਕ ਸੰਬੰਧ। ਇੱਥੇ ਮੈਂ ਸੰਘੀ ਸ਼ਬਦ ਵੀ ਕਹਿ ਸਕਦੀ ਹਾਂ। ਕੇਂਦਰ ਅਤੇ ਰਾਜਾਂ ਦੇ ਪ੍ਰਸ਼ਾਸਨਿਕ ਸੰਬੰਧ, ਕੇਂਦਰ ਤੇ ਸੰਘੀ ਦਾ ਸੇਮ ਮਤਲਬ ਹੈ। ਸੋ ਫਸਟ ਲਿਆ ਹੈ ਕਾਰਜਕਾਰੀ ਸ਼ਕਤੀਆਂ ਦੇ ਪ੍ਰਯੋਗ ਸੰਬੰਧੀ ਰਾਜਾਂ ਦੀ ਜ਼ਿੰਮੇਵਾਰੀ। ਸੋ ਇਹਦੇ ਵਿੱਚ ਕੀ ਹੈ? ਧਾਰਾ 256 ਅਨੁਸਾਰ ਸੰਘੀ ਕਾਨੂੰਨਾਂ ਦੀ ਠੀਕ ਪਾਲਣਾ ਕਰਨਾ। ਧਾਰਾ 257, ਸੋ ਧਾਰਾ 257 ਦੇ ਅਨੁਸਾਰ ਹਰ ਰਾਜ ਦੀ ਇਹ ਡਿਊਟੀ ਹੋਏਗੀ ਕਿ ਜਿਹੜੇ ਕੇਂਦਰ ਨੇ ਜਾਂ ਯੂਨੀਅਨ ਪਾਰਲੀਮੈਂਟ ਨੇ ਜਿਹੜੇ ਕਾਨੂੰਨ ਪਾਸ ਕੀਤੇ ਹਨ, ਕਾਨੂੰਨ ਲਾਗੂ ਕੀਤੇ ਹਨ, ਉਹਨਾਂ ਦੀ ਪਾਲਣਾ ਹਰ ਰਾਜ ਜਿਹੜਾ ਹੈ ਉਹ ਠੀਕ ਠਾਕ ਕਰੇਗਾ। ਐਂਡ ਧਾਰਾ 257 ਅਨੁਸਾਰ ਰਾਜ ਸੰਘੀ ਕਾਨੂੰਨਾਂ ਵਿੱਚ ਕੋਈ ਵੀ ਰੁਕਾਵਟ ਨਹੀਂ ਪਾਏਗਾ। ਮੀਨਸ ਕਿ 256 ਦੇ ਅਨੁਸਾਰ ਸੰਘੀ ਕਾਨੂੰਨਾਂ ਦੀ ਠੀਕ ਪਾਲਣਾ ਕਰੇਗਾ ਐਂਡ ਧਾਰਾ 257 ਅਨੁਸਾਰ ਰਾਜ ਸੰਘੀ ਕਾਨੂੰਨਾਂ ਵਿੱਚ ਕੋਈ ਰੁਕਾਵਟ ਨਹੀਂ ਪਾਏਗਾ, ਕੋਈ ਕਨਫਲਿਕਟ ਨਹੀਂ ਪੈਦਾ ਕਰੇਗਾ। ਸੋ states responsibility about exercise of executive powers according to Article 256. Article 256 lays down that the executive powers shall be exercised to ensure the compliance between the laws made by the Parliament. It means that the states will cooperate with the laws made and enacted by the Union Parliament. And Article 257, state will not prejudice the exercise of the executive powers of the Union, means the states will not create any conflict about the laws passed by the
passed and enacted by the Union Parliament. So students, ਐਡਮਿਨਿਸਟ੍ਰੇਟਿਵ ਪਾਵਰਸ ਵੀ ਜਿਹੜੀਆਂ ਹਨ ਉਹ ਸੈਂਟਰ ਦੇ ਕੋਲ ਬਹੁਤ ਹਨ. ਸੋ ਹੋਪਫੁਲੀ ਯੂ ਆਲ ਅੰਡਰਸਟੈਂਡ ਵੈਲ. ਨੈਕਸਟ ਇਜ਼ ਸੰਚਾਰ ਸਾਧਨਾਂ ਦੀ. ਸੈਕੰਡ ਇਜ਼ ਸੰਚਾਰ ਸਾਧਨਾਂ ਦੀ ਉਸਾਰੀ, ਉਹਨਾਂ ਦੀ ਸੰਭਾਲ ਦੀ ਜ਼ਿੰਮੇਵਾਰੀ. ਧਾਰਾ 257(2) ਰਾਸ਼ਟਰੀ ਤੇ ਸੈਨਿਕ ਮਹੱਤਤਾ ਵਾਲੇ ਸੰਚਾਰ ਸਾਧਨਾਂ ਦੀ ਜ਼ਿੰਮੇਵਾਰੀ ਲਈ ਰਾਜ ਸਰਕਾਰਾਂ ਨੂੰ ਨਿਰਦੇਸ਼ ਦੇ ਸਕਦੀ ਹੈ. ਮੀਨਸ ਕਿ ਕੋਈ ਰਾਸ਼ਟਰੀ ਤੇ ਸੈਨਿਕ ਮਹੱਤਤਾ ਵਾਲੇ ਜਿਹੜੇ ਸੰਚਾਰ ਸਾਧਨ ਹਨ ਤਾਂ ਜਿਹੜੀ ਸੈਂਟਰ ਹੈ ਉਹ ਰਾਜ ਸਰਕਾਰਾਂ ਨੂੰ ਨਿਰਦੇਸ਼ ਦੇ ਸਕਦੀ ਹੈ ਕਿ ਉਹਨਾਂ ਨੂੰ ਮੇਨਟੇਨ ਕੀਤਾ ਜਾਵੇ, ਔਰ ਇੱਥੇ ਜੋ ਐਕਸਪੈਂਸਿਸ ਆਉਣਗੇ, ਜੋ ਖਰਚਾ ਆਏਗਾ ਉਹ ਸੰਘੀ ਸਰਕਾਰ ਕਰੇਗੀ. ਸੋ ਆਰਟੀਕਲ 257(2) says that the union can give directions to the states for construction and maintenance of means of communication declare in the direction of military and national importance. So the center can direct the states governments to protect and maintain the means of communication which are of national and military importance, and all the expenses will be maintained by the Union Parliament. Now ਰੇਲ ਮਾਰਗਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਧਾਰਾ 257(3). ਸੋ ਇਸ ਦੇ ਅਨੁਸਾਰ ਕੀ ਹੋਏਗਾ ਕਿ ਸੰਘੀ ਸਰਕਾਰ ਹਰ ਰਾਜ ਸਰਕਾਰ ਨੂੰ ਉਸ ਦੇ ਖੇਤਰ ਵਿੱਚ ਆਉਣ ਵਾਲੇ ਜਿੰਨੇ ਵੀ ਕਿਸੇ ਵੀ ਰਾਜ ਵਿੱਚ ਹੈ ਜਿੰਨੇ ਵੀ ਰੇਲ ਮਾਰਗ ਹਨ ਉਹਨਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਸਟੇਟਸ ਨੂੰ ਦੇ ਸਕਦੀ ਹੈ ਜਾਂ ਦਿੰਦੀ ਹੈ, ਦਿਸ਼ਾ ਨਿਰਦੇਸ਼ ਕਰਦੀ ਹੈ. ਸੋ ਆਰਟੀਕਲ 257(3) says that the union government can direct directions to every state to take necessary steps for the protection of the railways within the state. So all the railways system which prevails in the concerned state that will be maintained and protected by that states, the Union Parliament can give directions to that states about the protection of the railways within that state. So hopefully students you all understand well ਕਿ ਜਿਹੜੀਆਂ ਰਾਜਾਂ ਦੀਆਂ ਸ਼ਕਤੀਆਂ ਹਨ ਉਹ ਸੀਮਤ ਹਨ ਤੇ ਸੈਂਟਰ ਦੀਆਂ ਸ਼ਕਤੀਆਂ ਜ਼ਿਆਦਾ ਹਨ, ਬਲਕਿ ਜਿਹੜੇ ਰਾਜ ਹਨ ਉਹ ਸਬੋਰਡੀਨੇਟਸ ਦੀ ਤਰ੍ਹਾਂ ਹਨ, ਉਹ ਥੋੜਾ ਅਧੀਨ ਹੋ ਕੇ ਤੇ ਸੈਂਟਰ ਦੇ ਅੰਡਰ ਚੱਲਦੇ ਹਨ, ਸੈਂਟਰ ਦੀ ਕੋਆਪਰੇਸ਼ਨ ਦੇ ਨਾਲ ਚੱਲਦੇ ਹਨ. ਨੈਕਸਟ ਕਰਦੇ ਹਾਂ ਰਾਜਾਂ ਵਿੱਚ ਰਾਜਪਾਲ ਦੀ ਕੇਂਦਰ ਦੁਆਰਾ ਨਿਯੁਕਤੀ. ਸੋ ਸਟੂਡੈਂਟਸ ਕਿਸੇ ਵੀ ਹਰ ਸਟੇਟ ਦੇ ਵਿੱਚ ਜਿਹੜਾ ਹੈ ਐਕਸੀਕਿਊਟਿਵ ਚੀਫ ਲਾਇਆ ਜਾਂਦਾ ਹੈ ਤਾਂ ਉਹ ਕਿਸ ਦੁਆਰਾ ਲਾਇਆ ਜਾਂਦਾ ਹੈ? ਕੇਂਦਰ ਦੁਆਰਾ. ਜਿਸ ਤਰ੍ਹਾਂ ਕਿ ਸਾਡੇ ਪੰਜਾਬ ਦੇ ਵਿੱਚ ਹੀ ਗਵਰਨਰ ਹਨ ਬਨਵਾਰੀ ਲਾਲ ਪੁਰੋਹਿਤ ਜਿਹੜੇ ਹੁਣ ਲੱਗੇ ਹਨ ਤੇ ਉਹਨਾਂ ਦੀ ਨਿਯੁਕਤੀ ਕਿੱਥੋਂ ਹੋਈ ਹੈ? ਸੈਂਟਰ ਵੱਲੋਂ ਹੋਈ ਹੈ. ਸੋ ਕਿਸੇ ਵੀ ਸਟੇਟ 'ਚ ਗਵਰਨਰ ਲੱਗਣਾ ਹੈ ਤੇ ਉਹ ਸੈਂਟਰ ਨੇ ਲਗਾਉਣਾ ਹੈ, ਰਾਸ਼ਟਰਪਤੀ ਦੀ ਸਹਿਮਤੀ ਦੇ ਨਾਲ ਲੱਗਣਾ. ਸੋ ਆਰਟੀਕਲ 55 ਅਨੁਸਾਰ 155 ਅਨੁਸਾਰ ਰਾਜਾਂ ਦੇ ਰਾਜਪਾਲਾਂ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ. ਰਾਸ਼ਟਰਪਤੀ ਹੀ ਪ੍ਰਧਾਨ ਮੰਤਰੀ ਦੀ ਸਲਾਹ ਦੇ ਨਾਲ ਕਿਸੇ ਵੀ ਰਾਜਪਾਲ ਨੂੰ ਅਹੁਦੇ ਤੋਂ ਵੱਖ ਵੀ ਕਰ ਸਕਦਾ ਹੈ. ਸੋ ਇਹ ਵੀ ਸ਼ਕਤੀ ਕੇਂਦਰ ਦੇ ਕੋਲ ਹੈ. ਸੋ ਆਰਟੀਕਲ 155 ਮੇਕਸ ਦਾ ਪ੍ਰੋਵੀਜ਼ਨ that the state government who is the governor who is the chief executive head of the state will be appointed and removed by the president. So the power of appointing the governor and removing the governor from the office is with the president of India. So hopefully you all understand well. Now ਅੰਤਰਰਾਜੀ ਨਦੀਆਂ ਦੇ ਪਾਣੀ ਸੰਬੰਧੀ ਝਗੜਿਆਂ ਨੂੰ ਨਿਪਟਾਉਣਾ. ਧਾਰਾ 262 ਅਨੁਸਾਰ ਦੋ ਜਾਂ ਵਧੇਰੇ ਰਾਜਾਂ ਦੇ ਪਾਣੀ ਨਾਲ ਸੰਬੰਧਿਤ ਝਗੜਿਆਂ ਦਾ ਹੱਲ ਜਿਹੜਾ ਹੈ ਉਹ ਸੰਘੀ ਸੰਸਦ ਕਾਨੂੰਨ ਬਣਾ ਕੇ ਕਰਦੀ ਹੈ. ਰਾਜ ਸਰਕਾਰਾਂ ਨੂੰ ਸੰਸਦ ਦੇ ਬਣਾਏ ਕਾਨੂੰਨ ਮੰਨਣੇ ਪੈਣਗੇ. ਸੋ ਜਿਸ ਤਰ੍ਹਾਂ ਪੰਜਾਬ ਤੇ ਹਰਿਆਣਾ ਦਾ ਪਾਣੀ ਦਾ ਝਗੜਾ ਹੈ, ਇਸ ਤਰ੍ਹਾਂ ਹੋਰ ਵੀ ਕਈ ਸਟੇਟਸ ਦਾ ਹੈ. ਸੋ ਇਹਦੇ ਵਿੱਚ ਕੀ ਹੈ, ਸੰਘੀ ਸੰਸਦ ਜਿਹੜੀ ਹੈ ਉਸ ਵਿਵਾਦ ਨੂੰ ਖਤਮ ਕਰਨ ਲਈ ਕਾਨੂੰਨ ਬਣਾਏਗੀ ਤੇ ਉਹ ਸਟੇਟਸ ਜਿਹੜੀਆਂ ਹਨ ਸੰਘੀ ਸੰਸਦ ਦੁਆਰਾ ਬਣਾਏ ਕਾਨੂੰਨ ਨੂੰ ਅਸੈਪਟ ਕਰਨਗੀਆਂ, ਮੰਨਣਗੀਆਂ. So Article 262 provides that the Parliament can make laws to solve the interstate disputes concerned with river waters and states will obey the laws passed by the Union Parliament. So ਇਸ ਦੇ ਵਿੱਚ ਵੀ students there is a supremacy of the center or the Union Parliament. I hope you all understand well ਕਿ ਅਸੀਂ administrative relations ਕਰ ਰਹੇ ਹਾਂ. Now ਰਾਜਾਂ ਵਿੱਚ ਸੰਘੀ ਸੰਪਤੀ ਦੀ ਰੱਖਿਆ. ਪ੍ਰੋਟੈਕਸ਼ਨ ਆਫ ਫੈਡਰਲ ਪ੍ਰਾਪਰਟੀ ਇਨ ਦਾ ਸਟੇਟ. ਸੋ ਰਾਜਾਂ ਦੇ ਵਿੱਚ ਜਿਹੜੀ ਕੇਂਦਰ ਦੀ ਕੋਈ ਪ੍ਰਾਪਰਟੀ ਹੈ
ਤਾਂ ਉਹ ਵੀ ਜਿਹੜੀ ਸੈਂਟਰ ਹੈ ਉਹ ਰਾਜਾਂ ਨੂੰ ਨਿਰਦੇਸ਼ ਦੇ ਸਕਦੀ ਕਿ ਉਸ ਦੀ ਸਾਂਭ ਸੰਭਾਲ ਕੀਤੀ ਜਾਵੇ ਐਂਡ ਈਵਨ ਜਿਹੜੀ CRP ਹੈ ਉਸ ਨੂੰ ਵੀ ਲਗਾ ਸਕਦੀ ਹੈ ਉਸ ਦੀ ਰਾਖੀ ਵਾਸਤੇ। ਦੈਨ ਸਰਵ ਭਾਰਤੀ ਸੇਵਾਵਾਂ ਆਲ ਇੰਡੀਆ ਸਰਵਿਸਿਜ਼ IAS ਤੇ IPS, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਐਂਡ ਇੰਡੀਅਨ ਪੁਲਿਸ ਸਰਵਿਸਿਜ਼, ਇਹ ਸਾਰੀਆਂ ਹੀ ਜਿਹੜੀਆਂ ਹਨ ਉਹ ਸੈਂਟਰ ਦੇ ਕੰਟਰੋਲ ਦੇ ਵਿੱਚ ਹਨ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਬਣਿਆ ਹੋਇਆ ਹੈ ਐਂਡ ਦੈਟ ਇਜ਼ ਅੰਡਰ ਦਾ ਕੰਟਰੋਲ ਆਫ ਦਾ ਸੈਂਟਰਲ ਗਵਰਨਮੈਂਟ। ਔਰ ਜੋ ਵੀ ਰੈਗੂਲੇਸ਼ਨ, ਜੋ ਵੀ ਪ੍ਰਮੋਸ਼ਨ, ਜੋ ਅਪਾਇੰਟਮੈਂਟਸ ਜਿਹੜੀਆਂ ਹਨ ਆਲ ਇੰਡੀਆ ਸਰਵਿਸਿਜ਼ ਦੀਆਂ, ਦੇ ਆਲ ਆਰ ਅੰਡਰ ਦਾ ਕੰਟਰੋਲ ਆਫ ਦਾ ਸੈਂਟਰ। ਚੋਣ ਆਯੋਗ ਕੇਂਦਰ ਤੇ ਕੰਟਰੋਲ ਅਧੀਨ, ਚੋਣ ਆਯੋਗ ਜਿਹੜਾ ਹੈ ਉਹ ਵੀ ਕੇਂਦਰ ਦੇ ਕੰਟਰੋਲ ਅਧੀਨ ਹੈ। ਇਲੈਕਸ਼ਨ ਕਮਿਸ਼ਨ ਅੰਡਰ ਦਾ ਕੰਟਰੋਲ ਆਫ ਸੈਂਟਰ। ਸੋ ਇਲੈਕਸ਼ਨ ਕਮਿਸ਼ਨ ਜਿਹਦੇ ਦੇ ਨਾਲ ਸਟੇਟ ਲੈਜਿਸਲੇਟਿਵ ਦੀਆਂ ਇਲੈਕਸ਼ਨਸ ਹੁੰਦੀਆਂ ਹਨ, ਰਾਜ ਵਿਧਾਨ ਸਭਾ ਦੀਆਂ ਇਲੈਕਸ਼ਨਸ ਹੁੰਦੀਆਂ ਹਨ, ਸੈਂਟਰ ਦੀਆਂ ਇਲੈਕਸ਼ਨ ਹੁੰਦੀਆਂ ਹਨ, ਪਾਰਲੀਮੈਂਟ ਦੀਆਂ। ਸੋ ਜਿਹੜਾ ਇਲੈਕਸ਼ਨ ਕਮਿਸ਼ਨ ਹੈ that is also under the control of the center, under the control of the union parliament. Then ਅੰਤਰਰਾਜੀ ਪ੍ਰੀਸ਼ਦ ਦੀ ਸਥਾਪਨਾ ਧਾਰਾ 213, establishment of interstate council article 213। ਸੋ ਸੰਵਿਧਾਨ ਦੇ ਧਾਰਾ 213 ਦੇ ਅਨੁਸਾਰ ਇੱਕ ਅੰਤਰਰਾਜੀ ਪ੍ਰੀਸ਼ਦ ਦੀ ਸਥਾਪਨਾ ਜਿਹੜਾ ਸੈਂਟਰ ਹੈ ਉਹ ਕਰ ਸਕਦਾ ਹੈ। ਔਰ ਇਹਦਾ ਜਿਹੜਾ ਪ੍ਰੀਸ਼ਦ ਹੈ ਇਹ ਵੀ ਬਿਲਕੁਲ ਇਟ ਇਜ਼ ਅੰਡਰ ਦਾ ਕੰਟਰੋਲ ਆਫ ਦਾ ਸੈਂਟਰਲ ਗਵਰਨਮੈਂਟ ਔਰ ਦਾ ਯੂਨੀਅਨ ਪਾਰਲੀਮੈਂਟ। ਸੋ ਇਸ ਦੇ ਵਿੱਚ ਕੀ ਹੈ ਕਿ ਇਹ ਜਿਹੜੀ ਕੌਂਸਲ ਹੈ ਜੋ 2 ਜਾਂ 2 ਤੋਂ ਵੱਧ ਰਾਜਾਂ ਵਿੱਚ ਕੋਈ ਆਪਸੀ ਡਿਸਪਿਊਟ ਹੈ ਤਾਂ ਇਹ ਜਿਹੜਾ ਕੌਂਸਲ ਹੈ ਇਹ ਉੱਥੇ ਐਡਵਾਈਸ ਦੇ ਸਕਦੀ ਹੈ, ਫੈਕਟਸ ਲੱਭ ਸਕਦੀ ਹੈ, ਕਾਜ਼ਸ ਲੱਭ ਸਕਦੀ ਹੈ ਕਿ ਜਿਹੜਾ ਕੌਨਫਲਿਕਟ ਹੈ 2 ਜਾਂ ਵੱਧ ਸਟੇਟਸ ਦੇ ਵਿੱਚ ਉਹਦਾ ਕਾਰਨ ਕੀ ਹੈ। ਸੋ ਇਸੇ ਤਰ੍ਹਾਂ ਹੀ ਇਸ ਕੈਬਨਿਟ ਮਿਨਿਸਟਰਸ ਜਿਹੜੇ ਹਨ ਉਹਨਾਂ ਦੇ ਨਾਲ ਉਹਨਾਂ ਨੂੰ ਕੋਈ ਐਡਵਾਈਜ਼ਰੀ ਵਰਕਸ ਜਿਹੜੇ ਹਨ ਉਹ ਦਿੱਤੇ ਜਾਂਦੇ ਹਨ। ਸੋ ਦਿਸ ਜਿਹੜਾ ਇੰਟਰਸਟੇਟ ਕੌਂਸਲ ਇਜ਼ ਆਲਸੋ ਅੰਡਰ ਦਾ ਕੰਟਰੋਲ ਆਫ ਦਾ ਸੈਂਟਰ। ਨਾਓ ਸਟੂਡੈਂਟਸ, ਇਹ ਅਸੀਂ ਕੀਤੇ ਐਡਮਿਨਿਸਟ੍ਰੇਟਿਵ ਰਿਲੇਸ਼ਨਸ ਬਿਟਵੀਨ ਦਾ ਸੈਂਟਰ ਐਂਡ ਦਾ ਸਟੇਟਸ ਐਂਡ ਅਸੀਂ ਡਿਸਕਸ ਕੀਤਾ ਕਿ ਇਸ ਐਡਮਿਨਿਸਟ੍ਰੇਟਿਵ ਪਾਵਰਸ ਜਿਹੜੀਆਂ ਹਨ ਉਹ ਵੀ ਜ਼ਿਆਦਾ ਸੈਂਟਰ ਦੇ ਕੋਲ ਹਨ। ਜਿਸ ਤਰ੍ਹਾਂ ਕਿ ਗਵਰਨਰਸ ਲਗਾਉਣੇ ਹਨ ਸਟੇਟ ਦੇ ਤੇ ਉਹ ਵੀ ਸੈਂਟਰ ਜਿਹੜਾ ਹੈ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਹਿਮਤੀ ਦੇ ਨਾਲ ਗਵਰਨਰਸ ਜਿਹੜੇ ਹਨ ਉਹਨਾਂ ਨੂੰ ਲਗਾ ਵੀ ਸਕਦਾ ਹੈ ਤੇ ਉਹਨਾਂ ਨੂੰ ਅਹੁਦੇ ਤੋਂ ਵੀ ਅਲੱਗ ਕਰ ਸਕਦਾ ਹੈ। ਇਸੇ ਤਰ੍ਹਾਂ ਆਲ ਇੰਡੀਆ ਸਰਵਿਸਿਜ਼ ਆਰ ਅੰਡਰ ਦਾ ਕੰਟਰੋਲ ਆਫ ਦਾ ਸੈਂਟਰ। UPSC ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਅੰਡਰ ਇਹਨਾਂ ਦੀ ਸਾਰੀ ਜਿਹੜੀ ਰਿਕਰੂਟਮੈਂਟ ਹੁੰਦੀ ਹੈ ਉਹ ਸਾਰਾ ਹੀ ਇਟ ਇਜ਼ ਅੰਡਰ ਦਾ ਕੰਟਰੋਲ ਆਫ ਦਾ ਸੈਂਟਰ। ਚੋਣ ਆਯੋਗ ਇਲੈਕਸ਼ਨ ਕਮਿਸ਼ਨ ਇਜ਼ ਆਲਸੋ ਅੰਡਰ ਦਾ ਕੰਟਰੋਲ ਆਫ ਦਾ ਸੈਂਟਰ। ਦੈਨ ਰਾਜਾਂ ਵਿੱਚ ਸੰਘੀ ਸੰਪਤੀ ਦੀ ਰੱਖਿਆ। ਇਸ ਤੋਂ ਇਲਾਵਾ ਜਿਸ ਤਰ੍ਹਾਂ ਕਿ ਆਪਾਂ ਹੁਣੇ ਹੀ ਕੀਤਾ ਕਿ ਜੇ ਕੋਈ ਐਮਰਜੈਂਸੀ ਡਿਕਲੇਅਰ ਹੋ ਗਈ ਹੈ ਆਰਟੀਕਲ 352 ਦੇ ਅਨੁਸਾਰ ਜਾਂ ਸੰਵਿਧਾਨਕ ਮਸ਼ੀਨਰੀ ਆਰਟੀਕਲ 356 ਦੇ ਅਨੁਸਾਰ, ਤਾਂ ਸਾਰੀਆਂ ਹੀ ਐਡਮਿਨਿਸਟ੍ਰੇਟਿਵ ਪਾਵਰਸ ਜਿਹੜੀਆਂ ਹਨ ਉਹ ਸੈਂਟਰ ਦੇ ਕੋਲ ਚਲੀਆਂ ਜਾਂਦੀਆਂ ਹਨ। ਸੋ ਇਸ ਤਰ੍ਹਾਂ ਐਡਮਿਨਿਸਟ੍ਰੇਟਿਵ ਰਿਲੇਸ਼ਨਸ ਦੇ ਵਿੱਚ there is a supremacy of union parliament। ਸੋ ਜਿਹੜਾ ਸਾਡਾ ਕੇਂਦਰ ਹੈ ਉਹਨੂੰ ਬਹੁਤ ਹੀ ਸ਼ਕਤੀਸ਼ਾਲੀ ਜਿਹੜਾ ਹੈ ਉਹ ਬਣਾਇਆ ਗਿਆ ਹੈ। ਸੋ ਇਸ ਤੇ ਤੁਹਾਨੂੰ ਕੁਐਸਚਨ ਆਉਂਦਾ ਹੈ ਕਿ ਸੰਘ ਅਤੇ ਰਾਜਾਂ ਦੇ ਪ੍ਰਸ਼ਾਸਨਿਕ ਸਬੰਧਾਂ ਬਾਰੇ ਵਰਣਨ ਕਰੋ, ਤੇ ਜੋ ਅਸੀਂ ਹੁਣੇ ਹੀ ਡਿਟੇਲ 'ਚ ਡਿਸਕਸ ਕੀਤਾ ਹੈ ਸਟੂਡੈਂਟਸ ਤੁਸੀਂ ਲਿਖ ਸਕਦੇ ਹੋ। ਨੈਕਸਟ ਵਧਦੇ ਹਾਂ। ਸੈਂਟਰ ਸਟੇਟ ਫਾਈਨੈਂਸ਼ੀਅਲ ਰਿਲੇਸ਼ਨਸ, ਕੇਂਦਰ ਤੇ ਰਾਜਾਂ ਦੇ ਵਿੱਤੀ ਸਬੰਧ। ਸੋ ਸਟੂਡੈਂਟਸ ਇੱਥੇ ਮੈਂ ਥੋੜਾ ਜਿਹਾ ਨੀਡ ਯੂਅਰ ਫੋਕਸ ਹੀਅਰ ਕਿ ਜਦੋਂ ਸੰਵਿਧਾਨ ਬਣਿਆ ਸੀ ਇਨੀਸ਼ੀਅਲੀ ਕੀ ਸੀ ਕਿ ਜਿਹੜੀ ਸੈਂਟਰ ਦੇ ਵਿੱਚ ਯੂਨੀਅਨ ਲਿਸਟ ਦੇ ਵਿੱਚ ਸੀਗੇ ਜਿੰਨੇ ਵੀ ਉਹਨਾਂ ਦੇ ਉੱਤੇ ਟੈਕਸ ਜਿਹੜਾ ਸੀ, ਜਿਹੜੇ ਵਿਸ਼ੇ ਸੀਗੇ ਉਹਨਾਂ ਦੇ ਉੱਤੇ ਟੈਕਸ ਜਿਹੜਾ ਸੀ ਉਹ ਸੈਂਟਰ ਲਗਾਉਂਦਾ ਸੀ, ਤੇ ਜਿਹੜੇ ਸਟੇਟ ਲਿਸਟ ਸੀ ਉੱਥੇ ਜਿਹੜਾ ਟੈਕਸ ਜਿਹੜਾ ਸੀ ਉਹ ਸਟੇਟਸ ਲਗਾਉਂਦੀਆਂ ਸੀ। ਸੋ ਇਹਦੇ ਨਾਲ ਕੀ ਸੀ ਕਿ ਹਰ ਰਾਜ ਦਾ ਜਿਹੜਾ ਹੈ ਉਹ ਟੈਕਸ ਜਿਹੜਾ ਹੈ ਉਹ ਆਪੋ ਆਪਣਾ ਹੁੰਦਾ ਸੀ। ਜਦੋਂ ਇੱਕ ਰਾਜ ਤੋਂ ਦੂਜੀ ਥਾਂ ਦੇ ਉੱਤੇ ਜਿਹੜੀਆਂ ਵਸਤੂਆਂ ਹਨ, ਸੇਵਾਵਾਂ ਹਨ, ਉਹਨਾਂ ਨੂੰ ਟਰਾਂਸਪੋਰਟ ਕੀਤਾ ਜਾਂਦਾ ਸੀ ਤਾਂ ਉਹਨਾਂ ਦੀਆਂ ਜਿਹੜੀਆਂ ਪ੍ਰਾਈਸਿਸ ਸੀਗੀਆਂ ਉਹ ਵੀ ਡਿਫਰ ਕਰਦੀਆਂ ਸੀ। ਸੋ ਪਹਿਲਾਂ ਇਹ ਸਿਸਟਮ ਚੱਲਦਾ ਸੀ, ਬਟ ਹੁਣ ਕੀ ਹੈ, ਨਵਾਂ ਸਿਸਟਮ ਕੀ ਹੈ, ਵਸਤੂ ਅਤੇ ਸੇਵਾ ਕਰ GST। ਇਹਦੇ ਵਿੱਚ ਅਸੀਂ ਸੈਂਟਰ ਸਟੇਟ ਫਾਈਨੈਂਸ਼ੀਅਲ ਰਿਲੇਸ਼ਨ ਡਿਸਕਸ ਕਰ ਰਹੇ ਹਾਂ। ਵਸਤੂ ਅਤੇ ਸੇਵਾ ਕਰ GST, ਗੁੱਡਸ ਐਂਡ ਸਰਵਿਸਿਜ਼ ਟੈਕਸ। ਸੋ ਸਾਰੇ ਦੇਸ਼ ਨੂੰ ਇੱਕ ਟੈਕਸ ਅਤੇ ਸਾਂਝੀ ਮੰਡੀ ਵਿੱਚ ਬਦਲਣ ਦੇ ਉਦੇਸ਼ ਦੇ ਨਾਲ 2016 ਦੇ ਵਿੱਚ 101 ਵੀ ਸੋਧ ਜਿਹੜੀ ਆ
ਸੰਵਿਧਾਨਕ ਸੋਧ ਜਿਹੜੀ ਆ ਉਸ ਦਾ ਬਿੱਲ ਪਾਸ ਕੀਤਾ ਗਿਆ ਅਤੇ 50% ਇਹਦੇ ਵਿੱਚ ਅਪਰੂਵਲ ਦਿੱਤੀ ਸਾਰੀਆਂ ਸਟੇਟਸ ਨੇ। ਟੋਟਲ 28 ਸਟੇਟਸ ਹੈ, ਉਹ 'ਚੋਂ 14-15 ਸਟੇਟਸ ਜਿਹੜੀਆਂ ਹਨ ਜਾਂ ਇਸ ਤੋਂ ਵੀ ਜ਼ਿਆਦਾ ਨੇ ਅਪਰੂਵਲ ਦਿੱਤੀ ਕਿ ਇਹ ਸਿਸਟਮ ਲਾਗੂ ਕੀਤਾ ਜਾਵੇ। ਉਸ ਦੀ ਪ੍ਰਵਾਨਗੀ ਦਿੱਤੀ ਉਸ ਬਿੱਲ ਨੂੰ ਤੇ ਉਹ ਬਿੱਲ ਪਾਸ ਹੋ ਗਿਆ। ਸੋ 30 ਜੂਨ ਤੇ 1 ਜੁਲਾਈ ਦੀ ਮਿਡਨਾਈਟ ਵਿੱਚ ਸਾਡੇ ਉਸ ਟਾਈਮ ਤੇ ਜਿਹੜੇ ਪ੍ਰੈਜ਼ੀਡੈਂਟ ਸ੍ਰੀ ਪ੍ਰਣਾਬ ਮੁਖਰਜੀ ਸੀ, 1 ਜੁਲਾਈ 2017 ਨੂੰ 2017 ਨੂੰ ਇੱਕਸਾਰ ਵਸਤੂ ਤੇ ਸੇਵਾ ਕਰ ਕਾਨੂੰਨ ਸਾਰੇ ਭਾਰਤ ਵਿੱਚ ਲਾਗੂ ਹੋਇਆ। ਮੀਨਸ ਕਿ ਹੁਣ ਜਿਹੜਾ ਵਾ GST ਆ ਉਹ ਸਾਰੀਆਂ ਸਟੇਟਸ ਦੇ ਵਿੱਚ ਇੱਕੋ ਜਿਹਾ ਹੋਏਗਾ। ਸੋ ਗੁਡਸ ਐਂਡ ਸਰਵਿਸਿਜ਼ ਟੈਕਸ GST to convert the entire country into one nation, one tax and one market. The Union Parliament passed 101 Amendment Bill and after the approval of 1/250 state legislatures, the law of universal tax regime as enforced on the entire India. So in 1st July 2017, so when was this one uniform tax regime was passed and enacted in 1st July 2017. So in this way vast amendment was made in article 264 and 291. So 264 ਤੇ 291 ਦੇ ਆਰਟੀਕਲ ਦੇ ਵਿੱਚ ਕੀ ਸੀ ਕਿ ਜਿਹੜੇ ਸੈਂਟਰ ਕੋਲ ਵਿਸ਼ੇ ਸੀ, ਸੈਂਟਰ ਜਿਹੜਾ ਸੀ ਉਹਨਾਂ ਤੇ ਟੈਕਸ ਲਗਾਉਂਦਾ ਸੀ ਤੇ ਜਿਹੜੀ ਸਟੇਟ ਸੀ, ਸਟੇਟ ਆਪਣੀ ਸੂਚੀ ਵਿੱਚ ਜਿਹੜੇ ਵਿਸ਼ੇ ਸੀ ਉਹਨਾਂ ਤੇ ਟੈਕਸ ਲੱਗਦਾ ਸੀ। ਸੋ ਇਹਦੇ ਨਾਲ ਹਰ ਸਟੇਟ ਦੇ ਟੈਕਸ ਜਿਹੜੇ ਸੀ ਉਹ ਡਿਫਰੈਂਟ ਹੁੰਦੇ ਸੀ। ਵਸਤੂਆਂ ਦੀਆਂ ਜਿਹੜੀਆਂ ਪ੍ਰਾਈਸਿਸ ਸੀਗੀਆਂ, ਕੀਮਤਾਂ ਸੀ, ਉਹਨਾਂ ਵਿੱਚ ਵੀ ਡਿਫਰੈਂਸ ਆਉਂਦਾ ਸੀ। ਬਟ ਜਦੋਂ ਦਾ GST ਲਾਗੂ ਹੋਇਆ ਤੇ ਉਹਦੇ ਨਾਲ ਕੀ ਹੋਇਆ, ਵਨ ਨੇਸ਼ਨ ਵਨ ਟੈਕਸ ਐਂਡ ਵਨ ਮਾਰਕੀਟ। ਸੋ ਇਹਦੀ ਪਰਸੈਂਟੇਜ ਜਿਹੜੀ ਆ ਉਹ ਹਰ ਸਟੇਟ ਦੇ ਵਿੱਚ ਇੱਕੋ ਜਿਹੀ ਹੋ ਗਈ। ਨਾਓ ਸਟੂਡੈਂਟਸ, ਆਈ ਹੋਪ ਯੂ ਆਲ ਅੰਡਰਸਟੈਂਡ ਵੈਲ। ਨੈਕਸਟ ਵਧਦੇ ਹਾਂ। ਇੱਕਸਾਰ ਟੈਕਸ ਦਰ, ਸਾਰੇ ਭਾਰਤ ਵਿੱਚ ਇੱਕਸਾਰ ਟੈਕਸ ਦਰ ਲਾਗੂ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਗ੍ਰਾਹਕਾਂ ਨੂੰ ਇੱਕ ਹੀ ਵਸਤੂ ਵੱਖ-ਵੱਖ ਰਾਜਾਂ ਵਿੱਚੋਂ ਖਰੀਦਣ ਲਈ ਇੱਕ ਹੀ ਕੀਮਤ ਦੇਣੀ ਪਏਗੀ। ਮੀਨਸ ਕਿ ਸਾਰੀਆਂ ਸਟੇਟ ਦੇ ਵਿੱਚ ਯੂਨੀਫਾਰਮਿਟੀ ਆਫ ਦਾ ਟੈਕਸ ਆ ਗਈ ਤਾਂ ਜਿਹੜਾ ਬਾਇਰ ਹੈ, ਜਿਹੜਾ ਖਰੀਦਦਾਰ ਹੈ, ਉਹਨੂੰ ਇੱਕ ਹੀ ਪ੍ਰਾਈਸ ਦੇਣੀ ਪਏਗੀ। ਸੋ ਯੂਨੀਫਾਰਮ ਟੈਕਸ ਸਿਸਟਮ ਵਾਜ਼ ਇਨਫੋਰਸਡ ਥਰੂ ਆਊਟ ਇੰਡੀਆ ਐਜ਼ ਅ ਰਿਜ਼ਲਟ ਆਫ ਵਿਚ ਦਾ ਬਾਇਰ ਵਿਲ ਪੇ ਦਾ ਸੇਮ ਪ੍ਰਾਈਸ ਔਨ ਦਾ ਗੁਡਸ ਇਨ ਦਾ ਐਂਟਾਇਰ ਕੰਟਰੀ, ਬਿਕੋਜ਼ ਦਾ GST ਜਿਹੜਾ ਹੈ ਉਹਦਾ ਫਿਕਸ ਕੀਤਾ ਗਿਆ ਕਿ ਕਿਹੜੀ ਵਸਤੂ ਦੇ ਉੱਤੇ ਕਿੰਨਾ ਟੈਕਸ ਹਰ ਸਟੇਟ ਵਿੱਚ ਲੱਗਣਾ ਹੈ। ਸੈਕੰਡ ਇਜ਼ ਰਾਜ ਵਿੱਚ ਇਕੱਠੇ ਕੀਤੇ ਟੈਕਸ ਦਾ। I need your focus here students. ਰਾਜ ਵਿੱਚ ਇਕੱਠੇ ਕੀਤੇ ਟੈਕਸ ਦਾ 50% ਹਿੱਸਾ ਸੰਬੰਧਿਤ ਰਾਜ ਨੂੰ ਪ੍ਰਾਪਤ ਹੋਏਗਾ। ਵਸਤੂ ਅਤੇ ਸੇਵਾ ਕਰ ਪ੍ਰਣਾਲੀ ਅਧੀਨ ਇਕੱਠੀ ਕੀਤੀ ਗਈ ਟੈਕਸ ਰਾਸ਼ੀ ਦਾ 50% ਹਿੱਸਾ ਕੇਂਦਰ ਰਾਜ ਨੂੰ ਦੇਵੇਗਾ। ਸੋ ਇਹਦੇ ਵਿੱਚ ਜਿਹੜਾ ਰਾਜ ਜਿਹੜਾ ਆ ਉਹ ਜ਼ਿਆਦਾ ਟੈਕਸ ਇਕੱਠਾ ਕਰਕੇ ਦੇਗਾ, ਉਹਦਾ 50% ਹਿੱਸਾ ਵੀ ਜ਼ਿਆਦਾ ਹੋਏਗਾ। ਜਿਹੜਾ ਰਾਜ ਘੱਟ ਟੈਕਸ ਇਕੱਠਾ ਕਰਕੇ ਦੇਗਾ ਉਹਨੂੰ 50% ਘੱਟ ਮਿਲੇਗਾ। So concerned state will get 50% share of the tax collected from within the state. The GST collected from each state will be differ from state to state, as the bigger state will get bigger share and small state will get a smaller share. Means ਕਿ ਇਹ state ਦੀ percentage ਤੇ depend ਕਰਦਾ ਹੈ ਕਿ ਉਹਨੇ ਕਿੰਨਾ tax GST ਇਕੱਠਾ ਕਰਕੇ ਦਿੱਤਾ ਹੈ, ਉਹਦਾ 50% ਹੀ ਉਹਨੂੰ ਮਿਲਣਾ। ਸੋ ਬਿਗਰ ਵਿਲ ਗੈਟ ਬਿਗਰ ਸ਼ੇਅਰ ਐਂਡ ਦਾ ਸਮਾਲਰ ਸਟੇਟ ਵਿਲ ਗੈਟ ਸਮਾਲਰ ਸ਼ੇਅਰ। ਸੋ ਸਟੂਡੈਂਟਸ, ਇਹ ਹੈ ਫਿਨੈਂਸ਼ੀਅਲ ਰਿਲੇਸ਼ਨ ਜਿਹੜੇ ਆ ਉਹ ਸੈਂਟਰ ਸਟੇਟ ਦੇ, ਔਰ ਇਹਦੇ ਵਿੱਚ GST ਦਾ ਤੁਹਾਡਾ ਪੂਰਾ ਹੀ ਫੁੱਲ ਫਲੇਜ ਟੌਪਿਕ ਹੈ, ਔਰ ਉਹਦੇ ਵਿੱਚ ਨੀਤੀ ਯੋਗ ਦਾ ਵੀ ਟੌਪਿਕ ਹੈ ਜਿਹੜਾ ਕਿ ਅਲੱਗ ਲੈਸਨ ਬਣਦਾ ਹੈ। ਸੋ ਹੋਪਫੁਲੀ ਯੂ ਆਲ ਅੰਡਰਸਟੈਂਡ ਵੈਲ। ਨੈਕਸਟ ਇਜ਼ ਐਨਾਲਿਸਿਸ ਆਫ ਸੈਂਟਰ ਸਟੇਟ ਰਿਲੇਸ਼ਨਸ, ਕੇਂਦਰ ਤੇ ਰਾਜ ਸੰਬੰਧਾਂ ਦਾ ਮੁਲਾਂਕਣ। ਸੋ ਕੀ ਆਪਾਂ ਪੜ੍ਹਿਆ ਹੈ ਕਿ ਵਿਧਾਨਕ ਖੇਤਰ ਵਿੱਚ ਕੇਂਦਰ ਦੀ ਪ੍ਰਮੁਖਤਾ ਹੈ, ਸੁਪਰਮੇਸੀ ਇਨ ਦਾ ਲੈਜਿਸਲੇਟਿਵ ਅਫੇਅਰਸ, ਲੈਜਿਸਲੇਟਿਵ ਰਿਲੇਸ਼ਨਸ। ਕਈ ਕਾਨੂੰਨਾਂ ਤੇ ਕੇਂਦਰ ਦੀ ਪਹਿਲਾਂ ਪ੍ਰਵਾਨਗੀ ਲੈਣੀ ਪੈਂਦੀ ਹੈ। ਰਾਜ ਨੇ ਕਾਨੂੰਨ ਕੋਈ ਬਣਾਉਣੇ ਹਨ ਤਾਂ ਸੈਂਟਰ ਦੀ ਪ੍ਰਵਾਨਗੀ ਲੈਣੀ ਪੈਂਦੀ ਹੈ। ਪ੍ਰਸ਼ਾਸਨਿਕ ਸਬੰਧਾਂ ਵਿੱਚ ਕੇਂਦਰ ਦੀ ਪ੍ਰਮੁਖਤਾ, ਧਾਰਾ 356 ਦੀ ਦੁਰਵਰਤੋਂ ਵੀ ਹੁੰਦੀ ਹੈ। ਕਨਸਟੀਟਿਊਸ਼ਨਲ ਮਸ਼ੀਨਰੀ ਫੇਲ ਕਰ ਦੇਣਾ, ਰਾਸ਼ਟਰਪਤੀ ਰਾਜ ਲਾਗੂ ਕਰਨਾ। ਰਾਜਪਾਲ ਕੇਂਦਰ ਸਰਕਾਰਾਂ ਦਾ ਪ੍ਰਤੀਨਿਧ ਹੈ, ਜਿਸ ਤਰ੍ਹਾਂ ਅਸੀਂ ਡਿਸਕਸ ਕੀਤਾ ਹੈ, ਤੇ ਵਿੱਤੀ ਸਬੰਧਾਂ ਵਿੱਚ ਵੀ ਕੇਂਦਰ ਦੀ ਪ੍ਰਮੁਖਤਾ ਹੈ। So detailed study of center-state relations reveals that center is more powerful in exercising legislative, administrative and financial powers. So India adopts a quasi-federal system with more powers with the center. So hopefully students you all understand well. Next is there is an assignment, ਇਹ ਤੁਹਾਡਾ homework ਹੈ।
ਐਂਡ ਅਸੀਂ ਸਾਰੇ ਕੁਐਸਚਨ ਜਿਹੜੇ ਹਨ ਇਹਨਾਂ ਦੇ ਤੁਸੀਂ ਆਨਸਰ ਦਿਓਗੇ। ਕੇਂਦਰ ਤੇ ਰਾਜਾਂ ਦੇ ਵਿਧਾਨਕੀ ਸੰਬੰਧ ਲਿਖੋ, ਕੇਂਦਰ ਤੇ ਰਾਜਾਂ ਦੇ ਪ੍ਰਸ਼ਾਸਨਿਕ ਸੰਬੰਧਾਂ ਬਾਰੇ ਲਿਖੋ, GST ਕੀ ਹੈ ਤੇ ਕਦੋਂ ਸਾਰੇ ਦੇਸ਼ 'ਚ ਲਾਗੂ ਹੋਇਆ, ਅਸੀਂ ਹੁਣੇ ਹੀ ਡਿਸਕਸ ਕੀਤਾ ਹੈ। ਕੇਂਦਰ ਤੇ ਰਾਜਾਂ ਦੇ ਵਿੱਤੀ ਸੰਬੰਧਾਂ ਬਾਰੇ ਜਾਣਕਾਰੀ ਦਿਓ। ਸੋ ਇੰਗਲਿਸ਼ ਤੇ ਪੰਜਾਬੀ ਦੋਨਾਂ ਵਿੱਚ ਕੁਐਸਚਨਸ ਪੁੱਛੇ ਗਏ ਹਨ। ਯੂ ਆਲ ਕੈਨ ਆਨਸਰ ਵੈਲ। ਨਾਓ ਸਟੂਡੈਂਟਸ,